ਵੈਲਕਮ ਹੈ ਜੀ ਸਭ ਸਾਥੀਆਂ ਦਾ ਆਪਣੇ YouTube ਚੈਨਲ ਦੇ ਉੱਪਰ। ਤਾਂ ਸਾਥੀਓ ਅੱਜ ਆਪਾਂ ਪੀਐਸਟੈਟ ਦੇ ਰਿਗਾਰਡਿੰਗ ਪੰਜਾਬੀ ਵਿਆਕਰਨ ਦਾ ਟੌਪਿਕ ਕਰਾਂਗੇ ਧੁਨੀ ਬੋਧ। ਧੁਨੀ ਬੋਧ ਨੂੰ ਅਸੀਂ ਅੱਖਰ ਬੋਧ ਜਾਂ ਵਰਨ ਬੋਧ ਵੀ ਕਹਿੰਦੇ ਹਾਂ। ਤਾਂ ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਧੁਨੀ ਦੀ ਡੈਫੀਨੇਸ਼ਨ। ਧੁਨੀ ਬੋਲਣ ਵਾਲੇ, ਵਾਲੇ ਨਹੀਂ ਸਾਥੀਓ ਵੇਲੇ, ਬੋਲਣ ਵੇਲੇ ਵਾਵੇ ਲਾਵਾਂ ਲੱਲੇ ਲਾਵਾਂ। ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਣ ਵਿੱਚ ਧੁਨੀਆਂ ਕਿਹਾ ਜਾਂਦਾ ਹੈ। ਤਾਂ ਬੋਲਣ ਵੇਲੇ ਜਿਹੜੀਆਂ ਵੀ ਆਵਾਜ਼ਾਂ ਸਾਡੇ ਮੂੰਹ ਚੋਂ ਨਿਕਲਦੀਆਂ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਧੁਨੀ ਕਹਿੰਦੇ ਹਾਂ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ। ਇਹ ਵੈਰੀ ਇੰਪੋਰਟੈਂਟ ਹੈ। ਮੈਂ ਮੈਂਸ਼ਨ ਵੀ ਕੀਤਾ ਹੈ ਨਾਲ ਕਿ ਭਾਸ਼ਾ ਦੀ ਸਭ ਤੋਂ ਜਿਹੜੀ ਛੋਟੀ ਇਕਾਈ ਹੈ ਇਹ ਕੀ ਹੈ? ਧੁਨੀ। ਕਈ ਵਾਰੀ ਪੇਪਰ ਦੇ ਵਿੱਚ ਸਾਡੇ ਤੋਂ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ, ਤਾਂ ਤੁਹਾਨੂੰ ਥੱਲੇ 4 ਆਪਸ਼ਨਸ ਦੇ ਦਿੱਤੀਆਂ ਜਾਣਗੀਆਂ। ਤਾਂ ਤੁਸੀਂ ਸਹੀ ਆਪਸ਼ਨ ਕੀ ਕਰਨਾ ਹੈ? ਧੁਨੀ ਨੂੰ ਚੂਜ਼ ਕਰਨਾ ਹੈ। ਧੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਬਣਦੀ ਹੈ। ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਕੀ ਕਹਿੰਦੇ ਆ? ਪੰਜਾਬੀ ਧੁਨੀਆਂ ਕਹਿੰਦੇ ਨੇ। ਤਾਂ ਉਸ ਤੋਂ ਅੱਗੇ ਦੇਖੋ ਸਾਥੀਓ, ਧੁਨੀਆਂ ਦਾ ਵਰਗੀਕਰਨ ਕੀਤਾ ਗਿਆ। ਤਾਂ ਧੁਨੀਆਂ ਦਾ ਵਰਗੀਕਰਨ ਹੈ ਜਿਹੜਾ ਉਹ 2 ਭਾਗਾਂ ਦੇ ਵਿੱਚ ਵੰਡਿਆ ਗਿਆ ਧੁਨੀ ਨੂੰ, ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ। ਖੰਡੀ ਧੁਨੀਆਂ ਦੇ ਵਿੱਚ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਆਉਂਦੀਆਂ ਨੇ। ਅਖੰਡੀ ਧੁਨੀਆਂ ਕਿਹੜੀਆਂ ਨੇ ਸਾਡੇ ਕੋਲ? ਬਲ, ਦਬਾਅ, ਨਾਸਿਕਤਾ ਤੇ ਸੁਰ, ਜਿੱਦਾਂ ਟਿੱਪੀ, ਅੱਧਕ, ਬਿੰਦੀ ਹੋ ਗਈ। ਇਹ ਸਾਡੇ ਕੋਲ ਕੀ ਨੇ? ਅਖੰਡੀ ਧੁਨੀਆਂ ਨੇ। ਤਾਂ ਉਸ ਤੋਂ ਅੱਗੇ ਖੰਡੀ ਧੁਨੀਆਂ ਦੇ ਬਾਰੇ ਥੋੜਾ ਜਿਹਾ ਸਾਨੂੰ ਹੋਰ ਦੱਸਿਆ ਗਿਆ ਹੈ। ਇਹਨਾਂ ਨੂੰ ਭਾਸ਼ਾਈ ਬੋਲਾਂ ਵਿੱਚ ਵੱਖਰਾ ਕਰਕੇ ਲਿਖਿਆ ਜਾਂ ਨਖੇੜਿਆ ਜਾ ਸਕਦਾ ਹੈ। ਤਾਂ ਜਿਹੜੀਆਂ ਖੰਡੀ ਧੁਨੀਆਂ ਨੇ ਦੋਸਤੋ ਉਹਨਾਂ ਨੂੰ ਆਪਾਂ ਅਲੱਗ ਕਰਕੇ ਲਿਖ ਸਕਦੇ। ਜਿਵੇਂ ਕਾਲ ਲਿਖਿਆ ਹੋਇਆ ਹੈ ਤਾਂ ਕਾਲ ਇੱਕ ਖੰਡੀ ਧੁਨੀ ਹੈ। ਤਾਂ ਜਿਵੇਂ ਇਹਨੂੰ ਕੱਕਾ ਪਲੱਸ ਐੜੇ ਕੰਨਾ ਪਲੱਸ ਲੱਲਾ ਕਰਕੇ ਆਪਾਂ ਅਲੱਗ-ਅਲੱਗ ਕਰਕੇ ਲਿਖ ਸਕਦੇ ਹਾਂ। ਅਖੰਡੀ ਧੁਨੀਆਂ ਇਹਨਾਂ ਨੂੰ ਬੋਲਾਂ ਵਿੱਚੋਂ ਨਖੇੜ ਕੇ ਵਿਸ਼ਲੇਸ਼ਿਤ ਨਹੀਂ ਕੀਤਾ ਜਾ ਸਕਦਾ। ਜਿਵੇਂ ਟਿੱਪੀ, ਬਿੰਦੀ, ਅੱਧਕ, ਇਹਨਾਂ ਨੂੰ ਆਪਾਂ ਅੱਗੇ ਹੋਰ ਨਖੇੜ ਕੇ ਨਹੀਂ ਲਿਖ ਸਕਦੇ। ਤਾਂ ਉਸ ਤੋਂ ਬਾਅਦ ਪੰਜਾਬੀ ਧੁਨੀਆਂ ਦੇ ਵਰਗ। ਪੰਜਾਬੀ ਦੀਆਂ ਸਾਰੀਆਂ ਧੁਨੀਆਂ ਨੂੰ 2 ਵਰਗਾਂ ਵਿੱਚ ਵੰਡ ਲਿਆ ਜਾਂਦਾ ਹੈ। ਕਿਹੜੀਆਂ ਕਿਹੜੀਆਂ ਨੇ ਉਹ? ਨੰਬਰ 1 ਤੇ ਸਾਡੇ ਕੋਲ ਕੀ ਹੈਗੀ ਹੈ? ਸਵਰ ਧੁਨੀਆਂ ਤੇ ਨੰਬਰ 2 ਤੇ ਸਾਡੇ ਕੋਲ ਕੀ ਹੈ? ਵਿਅੰਜਨ ਧੁਨੀਆਂ। ਇਹ ਅਸੀਂ 2 ਭਾਗਾਂ ਦੇ ਵਿੱਚ ਵੰਡ ਲਿਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਵਰ ਧੁਨੀਆਂ ਦੀ। ਤਾਂ ਸਵਰ ਦੇ ਵਿੱਚ ਸਾਡੇ ਕੋਲ 3 ਸਵਰ ਨੇ। ਉਹ ਕਿਹੜੇ ਕਿਹੜੇ ਨੇ? ਊੜਾ, ਐੜਾ ਅਤੇ ਈੜੀ। ਸਵਰ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ। ਆਵਾਜ਼ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲਦੀ ਹੈ। ਤਾਂ ਤੁਸੀਂ ਬੋਲ ਕੇ ਦੇਖੋ, ਊੜਾ, ਐੜਾ, ਈੜੀ। ਤਾਂ ਆਵਾਜ਼ ਹੈ ਜਿਹੜੀ ਸਾਡੀ ਬੇਰੋਕ ਬਾਹਰ ਨਿਕਲਦੀ ਹੈ। ਤਾਂ ਇਹ ਸਾਡੇ 3 ਸਵਰ ਅੱਖਰ ਨੇ। ਸਾਡੇ 3 ਸਵਰ ਅੱਖਰ ਨੇ ਜਿਹੜੇ ਉਹ ਕਿਹੜੇ ਨੇ? ਊੜਾ, ਐੜਾ ਤੇ ਈੜੀ। ਕਹਿੰਦੇ ਪਰ ਉਚਾਰਨ ਪੱਖੋਂ ਸਵਰ ਧੁਨੀਆਂ 10 ਨੇ। ਤਾਂ ਸਵਰ ਧੁਨੀਆਂ ਨੇ ਜਿਹੜੀਆਂ ਉਹ 10 ਨੇ, ਸਵਰ ਅੱਖਰ ਨੇ ਜਿਹੜੇ ਉਹ 3 ਨੇ। ਪੇਪਰ ਦੇ ਵਿੱਚ ਅਕਸਰ ਇਹ ਕੁਐਸਚਨ ਇਸ ਤਰ੍ਹਾਂ ਆਉਂਦਾ ਹੈ। ਕਈ ਵਾਰ ਤਾਂ ਆਪਾਂ ਨੂੰ ਪੁੱਛਦੇ ਆ ਕਿ ਸਵਰ ਅੱਖਰ ਕਿੰਨੇ ਨੇ। ਤਾਂ ਜੇ ਸਵਰ ਅੱਖਰ ਪੁੱਛਿਆ ਤਾਂ ਉਹ ਤੁਸੀਂ ਦੱਸਣੇ ਆ 3। ਤਾਂ ਜੇ ਸਵਰ ਧੁਨੀਆਂ ਪੁੱਛੀਆਂ ਗਈਆਂ ਨੇ ਤਾਂ ਉਹ ਤੁਸੀਂ ਦੱਸਣੀਆਂ ਨੇ ਉਹਨਾਂ ਦੀ ਗਿਣਤੀ ਕੀ ਹੈ? 10। ਸਵਰ ਧੁਨੀਆਂ ਦੀ ਗਿਣਤੀ ਕੀ ਹੈ? 10। ਤਾਂ ਜਿਹੜੀਆਂ ਸਵਰ ਧੁਨੀਆਂ ਨੇ 10 ਉਹ ਕਿਹੜੀਆਂ ਕਿਹੜੀਆਂ ਨੇ? ਨੰਬਰ 1 ਤੇ ਐੜਾ ਮੁਕਤਾ, ਨੰਬਰ 2 ਤੇ ਐੜਾ ਕੰਨਾ, ਈੜੀ ਸਿਹਾਰੀ, ਈੜੀ ਬਿਹਾਰੀ, ਊੜੇ ਔਂਕੜ, ਊੜੇ ਦੁਲੈਂਕੜ, ਈੜੀ ਲਾਵਾਂ, ਐੜੇ ਦੁਲਾਵਾਂ, ਊੜੇ ਹੌੜਾ ਤੇ ਐੜੇ ਪਨੌੜਾ। ਇਹ ਸਾਡੇ ਕੋਲ 10 ਸਵਰ ਧੁਨੀਆਂ ਹੋ ਗਈਆਂ। ਤਾਂ ਇਹਨਾਂ ਵਿੱਚੋਂ ਅੱਗੇ ਫਰਦਰ ਇਹਨਾਂ ਨੂੰ ਫਿਰ ਡਿਵਾਈਡ ਕੀਤਾ ਗਿਆ ਹੈ ਉਚਾਰਨ ਵਿੱਚ ਲੱਗਦੇ ਸਮੇਂ ਦੇ ਅਨੁਸਾਰ। ਸਵਰ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਨੇ? 2 ਪ੍ਰਕਾਰ ਦੀਆਂ। ਹਰਸਵ ਸਵਰ ਧੁਨੀਆਂ ਤੇ ਦੀਰਘ ਸਵਰ ਧੁਨੀਆਂ। ਹਰਸਵ ਸਵਰ ਧੁਨੀਆਂ ਨੂੰ ਲਘੂ ਸਵਰ ਧੁਨੀਆਂ ਵੀ ਕਹਿੰਦੀਆਂ ਨੇ, ਯਾਨੀ ਕਿ ਜਿਨ੍ਹਾਂ ਤੇ ਘੱਟ ਸਮਾਂ ਲੱਗਦਾ। ਤਾਂ ਇਹ ਸਾਡੇ ਕੋਲ ਇਹਨਾਂ ਦੀ ਗਿਣਤੀ ਕੀ ਹੈ? 3 ਹੈ। ਐੜਾ ਮੁਕਤਾ, ਈੜੀ ਸਿਹਾਰੀ, ਊੜੇ ਔਂਕੜ। ਤੇ ਦੀਰਘ ਸਵਰ ਧੁਨੀਆਂ ਦੀ ਗਿਣਤੀ ਸਾਡੇ ਕੋਲ 7 ਹੈ। ਐੜੇ ਕੰਨਾ, ਈੜੀ ਬਿਹਾਰੀ, ਊੜੇ ਦੁਲੈਂਕੜ, ਈੜੀ ਲਾਵਾਂ, ਐੜੇ ਦੁਲਾਵਾਂ, ਊੜੇ ਹੌੜਾ ਤੇ ਐੜੇ ਕਨੌੜਾ। ਇਹ 7 ਸਾਡੇ ਕੋਲ ਕੀ ਨੇ? ਦੀਰਘ ਸਵਰ ਧੁਨੀਆਂ ਨੇ। ਤਾਂ ਤੁਸੀਂ ਸਾਥੀਓ ਇੱਥੋਂ ਕੁਐਸਚਨ ਬਣ ਸਕਦਾ ਹੈ ਕਿ ਲਘੂ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ? 3 ਤੇ ਦੀਰਘ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ? 7। ਲਘੂ ਜਾਂ ਹਰਸਵ ਸਵਰ ਧੁਨੀਆਂ ਕਿਹੜੀਆਂ ਨੇ? ਐੜਾ ਮੁਕਤਾ, ਈੜੀ ਸਿਹਾਰੀ, ਊੜੇ ਔਂਕੜ। ਇਹਨੂੰ ਤੁਸੀਂ 135 ਨਾਲ ਵੀ ਯਾਦ ਰੱਖ ਸਕਦੇ ਹੋ ਕੋਡ ਦੇ ਕੇ ਕਿ ਸੀਰੀਅਲ ਵਾਈਜ਼ ਤੁਸੀਂ ਇਹਦੀ ਗਿਣਤੀ ਆਪਾਂ ਇੱਥੇ ਕੀਤੀ ਸੀਗੀ ਕਿ 1 ਤੋਂ ਲੈ ਕੇ 10 ਤੱਕ ਆਪਾਂ ਲਿਖ ਲਿਆ ਸੀਗਾ ਇਹਨਾਂ ਨੂੰ। ਤਾਂ ਇਹਦੀ ਆਪਾਂ ਹਰਸਵ ਸਵਰ ਧੁਨੀਆਂ ਦਾ ਕੋਡ ਤੁਸੀਂ ਯਾਦ ਰੱਖ ਸਕਦੇ ਹੋ ਕਿ 135, ਯਾਨੀ ਕਿ ਐੜਾ ਮੁਕਤਾ, ਈੜੀ ਸਿਹਾਰੀ ਤੇ ਊੜੇ ਔਂਕੜ। ਬਾਕੀ ਜਿਹੜੀਆਂ ਧੁਨੀਆਂ ਨੇ ਉਹ ਦੀਰਘ ਵਿੱਚ ਆ ਜਾਊਗਾ। ਤਾਂ ਸਾਥੀਓ ਇਸ ਤੋਂ ਅੱਗੇ ਆਪਾਂ ਫਰਦਰ ਕਰਦੇ ਹਾਂ। ਅੱਗੇ ਸਵਰ ਧੁਨੀਆਂ ਦੀ ਜੀਭ ਦੀ ਸਥਿਤੀ ਦੇ ਆਧਾਰ ਤੇ ਵੰਡ ਹੈ ਜਿਹੜੀ। ਪਹਿਲਾਂ ਹੁੰਦੇ ਨੇ ਅਗਲੇਰੇ ਸਵਰ ਸਾਡੇ ਕੋਲ। ਅਗਲੇਰੇ ਸਵਰ, ਵਿਚਕਾਰਲੇ ਸਵਰ ਤੇ ਪਿਛਲੇਰੇ ਸਵਰ। ਅਗਲੇਰੇ ਸਵਰ ਦੇ ਵਿੱਚ ਈੜੀ ਸਿਹਾਰੀ, ਈੜੀ ਲਾਵਾਂ ਤੇ ਐੜੇ ਦੁਲਾਵਾਂ। ਵਿਚਕਾਰਲੇ ਸਵਰ ਦੇ ਵਿੱਚ ਐੜਾ ਮੁਕਤਾ, ਐੜੇ ਕੰਨਾ, ਈੜੀ ਸਿਹਾਰੀ, ਊੜੇ ਔਂਕੜ। ਤੇ ਪਿਛਲੇਰੇ ਸਵਰ ਦੇ ਵਿੱਚ ਸਾਡੇ ਕੋਲ ਕੀ ਆਊਗਾ? ਊੜੇ ਦੁਲੈਂਕੜ, ਊੜੇ ਹੌੜਾ ਤੇ ਐੜੇ ਕਨੌੜਾ। ਇਹਨਾਂ ਦੇ ਜਿਹੜੇ ਤੁਸੀਂ ਕੋਡ ਨੇ ਉਹ ਯਾਦ ਰੱਖ ਲਿਓ। 478 ਕੋਡ ਹੈ ਅਗਲੇਰੇ ਸਵਰ ਦਾ, 1235 ਕੋਡ ਹੈ ਵਿਚਕਾਰਲੇ ਸਵਰਾਂ ਦਾ, ਤੇ ਇਹ ਜਿਹੜਾ ਕੋਡ ਹੈ 6910
ਇਹ ਹੈਗਾ ਆਪਣਾ ਪਿਛਲੇਰੇ ਸਵਰਾਂ ਦਾ। ਇਹ 6 9 ਤੇ 10 ਹੈ। 10ਵਾਂ ਜਿਹੜਾ ਹੁੰਦਾ ਸਾਡੇ ਕੋਲ ਐੜੇ ਕਨੌੜਾ ਹੁੰਦਾ ਹੈ, ਅਖੀਰਲੀ ਲਗ ਮਾਤਰਾ ਜਿਹੜੀ ਹੁੰਦੀ ਸਾਡੀ। ਤਾਂ ਸਾਥੀਓ ਇਸ ਤੋਂ ਅੱਗੇ ਆਪਾਂ ਫਰਦਰ ਅੱਗੇ ਕਰਦੇ ਹਾਂ ਜੀਭ ਦੀ ਉਚਾਈ ਦੇ ਆਧਾਰ ਤੇ। ਹੁਣ ਜੀਭ ਦੀ ਉਚਾਈ ਦੇ ਆਧਾਰ ਤੇ ਸਾਡੇ ਕੋਲ ਕੀ ਹੁੰਦੇ ਨੇ? ਉੱਚੇ ਸਵਰ, ਅੱਧੇ ਉੱਚੇ ਸਵਰ, ਵਿਚਕਾਰਲੇ, ਅੱਧ ਨੀਵੇਂ ਤੇ ਨੀਵੇਂ। ਇਹਨਾਂ ਉੱਚੇ ਸਵਰਾਂ ਦੇ ਵਿੱਚ ਸਾਡੇ ਕੋਲ ਈੜੀ ਸਿਹਾਰੀ ਤੇ ਊੜੇ ਦੁਲੈਂਕੜ ਆ ਜਾਊਗਾ। ਅੱਧ ਉੱਚੇ ਈੜੀ ਸਿਹਾਰੀ ਤੇ ਊੜੇ ਔਂਕੜ ਆ ਜਾਊਗਾ। ਵਿਚਕਾਰਲੇ ਈੜੇ ਲਾਵਾਂ ਐੜਾ ਤੇ ਊੜੇ ਊੜਾ ਹੌੜਾ ਆ ਜਾਊਗਾ। ਅੱਧ ਨੀਵੇਂ ਐੜੇ ਦੁਲਾਵਾਂ ਐੜੇ ਕਨੌੜਾ ਤੇ ਨੀਵੇਂ ਕੀ ਆ ਜਾਣਗੇ? ਐੜਾ ਕੰਨਾ। ਤਾਂ ਇਹ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜੇ ਤੁਹਾਨੂੰ ਬਰਡਨ ਜ਼ਿਆਦਾ ਵਾਧੀ ਹੋਵੇ ਇਹਨਾਂ ਨਾਲ। ਤਾਂ ਅੱਗੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਇਹਨੂੰ ਯਾਦ ਕਰ ਲਿਓ। ਇਹ ਟੌਪਿਕ ਦੇਖਣ ਵਾਲਾ ਹੈ ਕਿ ਬੁੱਲਾਂ ਦੀ ਸਥਿਤੀ ਦੇ ਆਧਾਰ ਦੇ ਉੱਤੇ ਕਿ ਗੁਲਾਈਦਾਰ ਤੇ ਗੁਲਾਈ ਰਹਿਤ। ਗੁਲਾਈਦਾਰ ਜਿਹੜੇ ਹੁੰਦੇ ਨੇ ਊੜਾ ਔਂਕੜ, ਊੜੇ ਦੁਲੈਂਕੜ, ਊੜੇ ਹੋੜਾ ਤੇ ਊੜੇ ਕਨੌੜਾ, ਜਿਨ੍ਹਾਂ ਦੇ ਨਾਲ ਸਾਡੇ ਬੁੱਲ ਗੋਲ ਸ਼ੇਪ ਬਣ ਜਾਂਦੀ ਹੈ ਤਾਂ ਉਹਨਾਂ ਨੂੰ ਗੁਲਾਈਦਾਰ, ਤੇ ਜਿਹੜੇ ਨਾਲ ਨਹੀਂ ਬਣਦੀ ਉਹ ਗੁਲਾਈ ਰਹਿਤ। ਜਿਵੇਂ ਐ, ਆ, ਅ, ਈ, ਤਾਂ ਇਹਦੇ ਨਾਲ ਸਾਡੇ ਬੁੱਲਾਂ ਦੀ ਗੁਲਾਈ ਨਹੀਂ ਬਣਦੀ, ਤਾਂ ਇਹ ਕੀ ਨੇ? ਗੁਲਾਈ ਰਹਿਤ ਨੇ। ਤਾਂ ਇਸ ਤੋਂ ਅੱਗੇ ਆਪਾਂ ਫਰਦਰ ਦੇਖਦੇ ਹਾਂ ਵਿਅੰਜਨ। ਤਾਂ ਉਹ ਸਾਡੇ ਕੋਲ ਸੀਗੇ, ਇੱਥੋਂ ਤੱਕ ਸੀਗਾ ਸਵਰ ਦੇ ਬਾਰੇ। ਤਾਂ ਅੱਗੇ ਸਾਡੇ ਕੋਲ ਆ ਗਈਆਂ ਵਿਅੰਜਨ ਧੁਨੀਆਂ। ਕਹਿੰਦੇ ਵਿਅੰਜਨ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜੀ ਬਹੁਤ ਰੁਕਾਵਟ ਪਾਉਂਦੇ ਹਨ। ਇਹਨਾਂ ਨੂੰ ਬੋਲਣ ਸਮੇਂ ਜੀਭ ਕਦੇ ਤਾਲੂ ਨਾਲ ਅਤੇ ਕਦੇ ਦੰਦਾਂ ਦੇ ਅੰਦਰਲੇ ਪਾਸੇ ਛੂੰਹਦੀ ਹੈ ਅਤੇ ਕਈ ਵਾਰੀ ਬੁੱਲ ਥੋੜੀ ਦੇਰ ਲਈ ਮੀਟੇ ਜਾਂਦੇ ਹਨ। ਤਾਂ ਦੇਖੋ ਵੀ ਸਵਰ ਉਹ ਸੀ ਜਿਨ੍ਹਾਂ ਦੇ ਵਿੱਚੋਂ ਬੇਰੋਕ ਆਵਾਜ਼ ਸਾਡੀ ਬਾਹਰ ਆ ਜਾਂਦੀ ਸੀ, ਪਰ ਵਿਅੰਜਨ ਉਹ ਨੇ ਜਿਨ੍ਹਾਂ ਦੇ ਵਿੱਚ ਸਾਡੀ ਕੋਈ ਨਾ ਕੋਈ ਰੁਕਾਵਟ ਪੈਂਦੀ ਹੈ, ਜਾਂ ਸਾਡੇ ਬੁੱਲ ਆਪਸ 'ਚ ਜੁੜਦੇ ਆ, ਜਾਂ ਸਾਡੀ ਜੀਭ ਤਾਲੂ ਨਾਲ ਛੂੰਹਦੀ ਹੈ। ਤਾਂ ਉਸ ਤਰ੍ਹਾਂ ਇਹ ਕੀ ਹੈ? ਵਿਅੰਜਨ ਨੇ ਸਾਡੇ ਕੋਲ। ਪੰਜਾਬੀ ਵਰਨਮਾਲਾ ਦੇ ਵਿੱਚ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ 38 ਵਿਅੰਜਨ ਨੇ ਸਾਡੇ ਕੋਲ। ਕਿੰਨੇ ਵਿਅੰਜਨ ਨੇ ਸਾਡੇ ਕੋਲ? 38 ਵਿਅੰਜਨ। ਗੁਰਮੁਖੀ ਲਿਪੀ ਦੇ ਪਹਿਲਾਂ 35 ਅੱਖਰ ਸਨ। ਪਹਿਲਾਂ ਕੀ ਸੀਗੇ? 35 ਅੱਖਰ, ਤੇ ਇਸ ਕਰਕੇ ਇਹਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀਗਾ ਪਹਿਲਾਂ। ਤਾਂ ਇਹ ਉਸ ਤੋਂ ਬਾਅਦ ਤਾਂ ਪਹਿਲਾਂ ਗਿਣਤੀ 35 ਸੀਗੀ ਆਪਣੀ, 35 ਅੱਖਰੀ ਵੀ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਸਾਡੇ ਕੋਲ ਅਰਬੀ ਤੇ ਫਾਰਸੀ ਦੇ 5 ਅੱਖਰ ਹੈ ਜਿਹੜੇ ਉਹ ਸ਼ਾਮਿਲ ਕੀਤੇ ਗਏ। ਅਰਬੀ ਫਾਰਸੀ ਦੇ 5 ਅੱਖਰ ਸੱਸਾ, ਖੱਖਾ, ਗੱਗਾ, ਜੱਜਾ ਤੇ ਫੱਫਾ। ਇਹਨਾਂ ਦੇ ਪੈਰ 'ਚ ਬਿੰਦੀ ਲਾ ਕੇ ਅਸੀਂ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅੱਖਰ ਬਣਾ ਲਏ ਗਏ। ਤੇ ਇਸ ਪ੍ਰਕਾਰ ਇਹਨਾਂ ਦੀ ਗਿਣਤੀ ਕਿੰਨੀ ਹੋ ਗਈ? 40। ਉਸ ਤੋਂ ਬਾਅਦ ਕੀ ਹੋਇਆ ਕਿ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਫਿਰ ਇੱਕ ਹੋਰ ਧੁਨੀ ਦੀ ਪਛਾਣ ਕੀਤੀ ਗਈ। ਲੱਲੇ ਅੱਖਰ ਦੇ ਪੈਰ ਵਿੱਚ ਲੱਲੇ ਪੈਰ ਬਿੰਦੀ ਲਾ ਕੇ ਇੱਕ ਨਵਾਂ ਅੱਖਰ ਬਣਾਇਆ ਗਿਆ। ਤਾਂ ਫਿਰ ਇਹਨਾਂ ਦੀ ਜਿਹੜੀ ਗਿਣਤੀ ਸੀਗੀ ਉਹ ਸਾਥੀਓ ਕਿੰਨੀ ਹੋ ਗਈ? 41 ਹੋ ਗਈ। ਹੁਣ ਜਿਹੜੀ ਅੱਜ ਵਰਤਮਾਨ ਪੰਜਾਬੀ ਵਰਨਮਾਲਾ ਦੇ ਵਿੱਚ ਅੱਖਰਾਂ ਦੀ ਗਿਣਤੀ ਹੈ ਜਿਹੜੀ ਉਹ 41 ਹੈ। ਤਾਂ ਪੁਰਾਣੀ ਪਹਿਲਾਂ ਵਾਲੇ ਸਮੇਂ 'ਚ ਸੀ 35। ਤਾਂ 6 ਅੱਖਰ ਹੈ ਜਿਹੜੇ ਆਪਾਂ ਅਰਬੀ ਫਾਰਸੀ ਦੇ ਜਿਹੜੇ ਨਵੀਨ ਵਰਗ ਹੈ ਜਿਹੜਾ ਸ਼ਾਮਿਲ ਕਰ ਦਿੱਤਾ ਗਿਆ, ਤੇ ਇਹਨਾਂ ਦੀ ਗਿਣਤੀ ਕਿੰਨੀ ਹੋ ਗਈ? 41 ਹੋ ਗਈ ਜੀ। ਤਾਂ ਉਸ ਤੋਂ ਅੱਗੇ ਦੇਖੋ ਹੁਣ ਇਹਨਾਂ ਦੀ ਅੱਗੇ ਵੰਡ ਕੀਤੀ ਗਈ ਹੈ। ਤਾਂ ਵੰਡ ਕਿੱਦਾਂ ਕੀਤੀ ਗਈ ਹੈ? ਪਹਿਲੀ ਜਿਹੜਾ ਮੁੱਖ ਵਰਗ ਜਾਂ ਟੋਲੀ, ਮੁੱਖ ਵਰਗ ਕਿਹੜਾ ਹੈ? ਊੜਾ, ਐੜਾ, ਈੜੀ, ਸੱਸਾ, ਹਾਹਾ। ਉਸ ਤੋਂ ਬਾਅਦ ਕੱਕਾ ਵਰਗ ਯਾਨੀ ਕਿ ਕਵਰਗ। ਇਹਦੇ ਵਿੱਚ ਕੀ ਆਉਂਦਾ? ਕਵਰਗ ਦੇ ਵਿੱਚ ਆਉਂਦਾ ਕੱਕਾ, ਖੱਖਾ, ਗੱਗਾ, ਘੱਗਾ, ਗੰਗਾ। ਉਸ ਤੋਂ ਬਾਅਦ ਚਵਰਗ ਦੇ ਵਿੱਚ ਚੱਚਾ, ਛੱਛਾ, ਜੱਜਾ, ਝੱਜਾ, ññਾ। ਫਿਰ ਟਵਰਗ ਦੇ ਵਿੱਚ ਟੈਂਕਾ, ਠੱਠਾ, ਡੱਡਾ, ਟੱਡਾ, ਨਾਣਾ। ਤੱਤੇ ਵਰਗ ਦੇ ਵਿੱਚ ਕੀ ਆਉਂਦਾ? ਤੱਤਾ, ਥੱਥਾ, ਦੱਦਾ, ਤੱਦਾ, ਨੰਨਾ। ਪੱਪੇ ਵਰਗ ਦੇ ਵਿੱਚ ਕੀ ਆਉਂਦਾ? ਪੱਪਾ, ਫੱਫਾ, ਬੱਬਾ, ਪੱਬਾ, ਮੰਮਾ। ਅੰਤਿਮ ਵਰਗ ਹੈ ਸਾਡਾ ਯਈਆ, ਰਾਰਾ, ਲੱਲਾ, ਵਾਵਾ ਤੇ ਡਾੜਾ। ਤੇ ਉਸ ਤੋਂ ਬਾਅਦ ਨਵੀਨ ਵਰਗ ਜਿਹੜਾ ਸਾਡਾ ਸ਼ੱਕ, ਗੱਜ, ਫਲ, ਯਾਨੀ ਕਿ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ। ਤਾਂ ਜਿਹੜਾ ਕੱਕਾ ਵਰਗ ਹੈ ਉਹਨੂੰ ਕੰਠੀ ਧੁਨੀਆਂ ਕਿਹਾ ਜਾਂਦਾ ਹੈ। ਚੱਚਾ ਵਰਗ ਹੈ ਤਾਲਵੀ ਧੁਨੀਆਂ। ਟੈਂਕਾ ਵਰਗ ਹੈ ਉਲਟ ਜੀਭੀ ਜਾਂ ਮੂਰਧਨੀ ਧੁਨੀਆਂ। ਤੱਤਾ ਵਰਗ ਹੈ ਦੰਤੀ ਧੁਨੀਆਂ। ਪੱਪਾ ਵਰਗ ਹੈ ਦੋ ਹੋਠੀ। ਕੱਕੇ ਵਰਗ ਨੂੰ ਕੰਠੀ ਧੁਨੀਆਂ ਇਸ ਕਰਕੇ ਕਿਹਾ ਜਾਂਦਾ ਕਿ ਆਵਾਜ਼ ਕੰਠ 'ਚੋਂ ਆਉਂਦੀ ਹੈ। ਚੱਚੇ ਵਰਗ ਨੂੰ ਜਦੋਂ ਅਸੀਂ ਬੋਲਦੇ ਹਾਂ ਤਾਂ ਸਾਡੀ ਜੀਭ ਹੈ ਜਿਹੜੀ ਤਾਲੂ ਨਾਲ ਛੂੰਹਦੀ ਹੈ, ਇਸ ਕਰਕੇ ਇਸ ਨੂੰ ਤਾਲਵੀ ਧੁਨੀਆਂ ਕਿਹਾ ਜਾਂਦਾ। ਜਿਵੇਂ ਚੱਚਾ, ਛੱਛਾ, ਜੱਜਾ, ਝੱਜਾ, ññਾ ਤੁਸੀਂ ਬੋਲ ਕੇ ਵੇਖੋ ਤਾਂ ਤੁਹਾਡੀ ਜੀਭ ਤਾਲੂ ਨਾਲ ਛੂਹੇਗੀ। ਟੈਂਕਾ, ਠੱਠਾ, ਡੱਡਾ, ਢੱਡਾ, ਢੱਡਾ, ਨਾਣਾ। ਤਾਂ ਇਹਦੇ ਵਿੱਚ ਕੀ ਹੈ? ਸਾਡੀ ਜੀਭ ਹੈ ਜਿਹੜੀ ਉਲਟ ਹੋ ਕੇ ਤਾਲੂ ਨਾਲ ਲੱਗਦੀ, ਇਸ ਕਰਕੇ ਇਹਨੂੰ ਉਲਟ ਜੀਭੀ ਜਾਂ ਮੂਰਧਨੀ ਵੀ ਕਿਹਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਸਾਥੀਓ ਤੱਤਾ ਵਰਗ ਹੈ ਜਿਹੜਾ ਉਹਨੂੰ ਅਸੀਂ ਦੰਤੀ ਕਹਿੰਦੇ ਹਾਂ। ਜਿਵੇਂ ਤੱਤਾ, ਥੱਥਾ, ਦੱਦਾ, ਧੱਦਾ, ਨੰਨਾ। ਤਾਂ ਸਾਡੀ ਜੀਭ ਹੈ ਜਿਹੜੀ ਦੰਦਾਂ ਨਾਲ ਛੂੰਹਦੀ ਹੈ, ਇਸ ਕਰਕੇ ਇਹਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ। ਪੱਪਾ, ਫੱਫਾ, ਬੱਬਾ, ਪੱਬਾ, ਮੰਮਾ, ਇਹ ਜਦੋਂ ਅਸੀਂ ਬੋਲਦੇ ਹਾਂ ਅਕਸ਼ਰ ਤਾਂ ਸਾਡੇ ਜਿਹੜੇ ਦੋਨੇ ਬੁੱਲ ਨੇ ਉਹ ਆਪਸ 'ਚ ਜੁੜ ਜਾਂਦੇ ਨੇ, ਯਾਨੀ ਕਿ ਹੋਠ। ਤਾਂ ਇਸ ਕਰਕੇ ਇਹਨਾਂ ਨੂੰ ਹੋਠੀ ਧੁਨੀਆਂ ਕਿਹਾ ਜਾਂਦਾ ਹੈ। ਅੰਤਿਮ ਵਰਗ ਹੈ ਜਿਹੜਾ ਸਾਡਾ ਉਹ ਯਈਆ, ਰਾਰਾ, ਲੱਲਾ, ਵਾਵਾ, ਰਾੜਾ ਹੈ। ਤੇ ਨਵੀਨ ਵਰਗ ਹੈ ਸਾਡਾ ਕੀ ਹੈ? ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ। ਤਾਂ ਸਾਥੀਓ ਇਹ ਤੁਸੀਂ ਯਾਦ ਰੱਖਣਾ ਹੈ
कि कंठी धुनियां पेपर ਦੇ ਵਿੱਚ ਕੁਐਸਚਨ ਇਸ ਤਰ੍ਹਾਂ ਹੀ ਪੁੱਛੇ ਜਾਂਦੇ ਨੇ ਤਾਲ ਇਨ ਹੇਠ ਲਿਖਿਆਂ ਵਿੱਚੋਂ ਤਾਲਵੀ ਧੁਨੀ ਕਿਹੜੀ ਹੈ ਤਾਂ ਤੁਹਾਨੂੰ ਕੋਈ ਇੱਕ ਚੱਚਾ ਦੇ ਦੇਣਗੇ ਤੇ ਬਾਕੀ ਇਹਦੇ ਵਿੱਚੋਂ ਵੀ ਪਾ ਸਕਦੇ ਇਸ ਵਿੱਚੋਂ ਵੀ ਪਾ ਸਕਦੇ ਆ ਤਾਂ ਉਹਦੇ ਵਿੱਚ ਤੁਸੀਂ ਪਛਾਣਨਾ ਕਿ ਤਾਲਵੀ ਧੁਨੀ ਹੈ ਜਿਹੜੀ ਉਹ ਚੱਚਾ ਹੈ। ਇਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਅਕਸਰ ਪੁੱਛੇ ਜਾਂਦੇ ਆ ਤੇ ਇਹਨਾਂ ਨੂੰ ਤੁਸੀਂ ਆਪਣੇ ਮਾਈਂਡ ਦੇ ਵਿੱਚ ਚੰਗੀ ਤਰ੍ਹਾਂ ਬਿਠਾ ਲੈਣਾ ਹੈ। ਉਸ ਤੋਂ ਬਾਅਦ ਅੱਗੇ ਸਾਡੇ ਕੋਲ ਕੁਝ ਹੋਰ ਨੇ ਅਨੁਨਾਸਿਕ ਵਿਅੰਜਨ। ਅਨੁਨਾਸਿਕ ਵਿਅੰਜਨ ਜਿਹੜੀ ਉਹਨਾਂ ਦੀ ਗਿਣਤੀ ਕੀ ਹੈ 5 ਹੈ ਸਾਡੇ ਕੋਲ। ਅਨੁਨਾਸਿਕ ਵਿਅੰਜਨ ਪਹਿਲਾਂ ਤਾਂ ਹੁੰਦੇ ਕੀ ਹੈ ਅਨੁਨਾਸਿਕ ਵਿਅੰਜਨ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਕੁਝ ਆਵਾਜ਼ਾਂ ਨੱਕ ਵਿੱਚੋਂ ਨਿਕਲਦੀਆਂ ਨੇ। ਅਨੁਨਾਸਿਕੀ ਧੁਨੀਆਂ ਨੂੰ ਅੰਕਿਤ ਕਰਨ ਲਈ 5 ਅੱਖਰ ਨੇ ਸਾਡੇ ਕੋਲ। ਕਿੰਨੇ ਅੱਖਰ ਨੇ 5। ਉਹ ਕਿਹੜੇ ਕਿਹੜੇ ਨੇ ਗੰਗਾ ਨੰਨਾ ਨਾਣਾ ਨੰਨਾ ਤੇ ਮੰਮਾ। ਇਹ ਸਾਡੇ ਕੋਲ 5 ਨਾਸਕੀ ਜਾਂ ਅਨੁਨਾਸਕੀ ਧੁਨੀਆਂ ਨੇ। ਉਸ ਤੋਂ ਬਾਅਦ ਇਹਨਾਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ। ਕਿਹਨਾਂ ਨਾਲ ਨਹੀਂ ਹੁੰਦਾ ਰਾੜੇ ਤੇ ਲੱਲੇ ਪਰ ਬਿੰਦੀ ਨਾਲ। ਰਾੜੇ ਤੇ ਲੱਲੇ ਪਰ ਬਿੰਦੀ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ। ਹੁਣ ਇਸ ਤੋਂ ਬਾਅਦ ਕੁਝ ਹੋਰ ਯਾਦ ਰੱਖਣ ਯੋਗ ਗੱਲਾਂ ਨੇ। ਅਰਧ ਸਵਰ ਕਿਹੜੇ ਨੇ ਯਈਆ ਤੇ ਵਾਵਾ ਸਾਡੇ ਕੀ ਨੇ ਅਰਧ ਸਵਰ ਨੇ। ਫੜਕਵਾਂ ਵਿਅੰਜਨ ਕਿਹੜਾ ਹੈ ਰਾੜਾ ਸਾਡਾ ਕੀ ਹੈ ਫੜਕਵਾਂ ਵਿਅੰਜਨ ਹੈ। ਕਾਂਬਵਾਂ ਵਿਅੰਜਨ ਕਿਹੜਾ ਹੈ ਰਾਰਾ ਸਾਡਾ ਕੀ ਹੈ ਕਾਂਬਵਾਂ ਵਿਅੰਜਨ ਹੈ। ਉਸ ਤੋਂ ਬਾਅਦ ਪਾਰਸ਼ਵਿਕ ਅਕਸ਼ਰ ਹੈ ਜਿਹੜੇ ਉਹ ਕਿਹੜੇ ਨੇ ਲੱਲੇ ਪਰ ਬਿੰਦੀ ਤੇ ਲੱਲਾ। ਊਸ਼ਮ ਧੁਨੀਆਂ ਕਿਹੜੀਆਂ ਨੇ ਸੱਸਾ ਤੇ ਹਾਹਾ ਜਿਹਦੇ ਵਿੱਚੋਂ ਮੂੰਹ ਚੋਂ ਗਰਮ ਹਵਾ ਬਾਹਰ ਨਿਕਲਦੀ ਉਹਨਾਂ ਨੂੰ ਊਸ਼ਮ ਧੁਨੀਆਂ ਕਿਹਾ ਜਾਂਦਾ ਹੈ। ਤਾਂ ਇਹ ਸਾਡੀਆਂ ਕਿਹੜੀਆਂ ਨੇ ਸੱਸਾ ਤੇ ਹਾਹਾ। ਤੇ ਇੱਕ ਸਾਡੇ ਕੋਲ ਸੁਰ ਯੰਤਰੀ ਹੈ। ਸੁਰ ਯੰਤਰੀ ਸਾਡੀ ਕਿਹੜੀ ਹੈ ਹਾਹਾ। ਇਹ ਵੀ ਵੈਰੀ ਇੰਪੋਰਟੈਂਟ ਹੈ ਜੀ ਇਹਨੂੰ ਵੀ ਤੁਸੀਂ ਨੋਟ ਕਰ ਲੈਣਾ। ਤਾਂ ਦੁਬਾਰਾ ਫਿਰ ਆਪਾਂ ਇੱਕ ਵਾਰੀ ਰਿਪੀਟ ਕਰਦੇ ਹਾਂ। ਅਰਧ ਸਵਰ ਕਿਹੜੇ ਨੇ ਸਾਡੇ ਕੋਲ ਯਈਆ ਤੇ ਵਾਵਾ। ਫੜਕਵਾਂ ਵਿਅੰਜਨ ਕਿਹੜਾ ਸਾਡੇ ਕੋਲ ਰਾੜਾ। ਕਾਂਪਵਾਂ ਵਿਅੰਜਨ ਕਿਹੜਾ ਸਾਡੇ ਕੋਲ ਰਾਰਾ। ਪਾਰਸ਼ਵਿਕ ਵਿਅੰਜਨ ਸਾਡੇ ਕੋਲ ਕਿਹੜਾ ਹੈ ਲੱਲਾ ਲੱਲੇ ਪਰ ਬਿੰਦੀ ਤੇ ਲੱਲਾ। ਤੇ ਊਸ਼ਮ ਧੁਨੀਆਂ ਕਿਹੜੀਆਂ ਨੇ ਸੱਸਾ ਤੇ ਹਾਹਾ। ਤੇ ਸੁਰ ਯੰਤਰੀ ਕਿਹੜੀ ਹੈ ਸਾਡੇ ਕੋਲ ਹਾਹਾ। ਇਹ ਤੁਸੀਂ ਯਾਦ ਰੱਖਣੇ ਸਾਥੀਓ। ਤਾਂ ਇਸ ਤੋਂ ਅੱਗੇ ਦੇਖਦੇ ਹਾਂ ਆਪਾਂ ਕੀ ਹੈ ਪਾਰਸ਼ਵਿਕ ਵਿਅੰਜਨ ਕਹਿੰਦੇ ਜਿਨ੍ਹਾਂ ਨੂੰ ਉਚਾਰਨ ਸਮੇਂ ਜੀਭ ਦੀ ਨੋਕ ਉਚਾਰਨ ਸਥਾਨ ਤੇ ਫੇਫੜਿਆਂ ਤੋਂ ਆਉਂਦੀ ਹਵਾ ਨੂੰ ਰੋਕਦੀ ਹੈ। ਇਹਦੇ ਬਾਰੇ ਆਪਾਂ ਪਹਿਲਾਂ ਵੀ ਚਰਚਾ ਕਰ ਲਈ ਕਿ ਪਾਰਸ਼ਵਿਕ ਵਿਅੰਜਨ ਸਾਡੇ ਕੋਲ 2 ਨੇ ਕਿਹੜੇ ਨੇ ਲੱਲੇ ਪਰ ਬਿੰਦੀ ਤੇ ਲੱਲਾ। ਤੇ ਇਹ ਇਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਤੁਸੀਂ ਇਹਨੂੰ ਯਾਦ ਕਰ ਲਿਓ। ਅੱਗੇ ਇਹ ਇੰਪੋਰਟੈਂਟ ਨਹੀਂ ਹੈਗਾ ਆਪਣੇ ਲਈ ਇਹਨੂੰ ਛੱਡ ਦਿਓ ਫਿਰ ਤੁਹਾਡੇ ਤੇ ਬਰਡਨ ਵੱਧ ਜਾਣੀ ਆ। ਅੱਗੇ ਵਿਅੰਜਨ ਧੁਨੀਆਂ। ਹੁਣ ਅੱਗੇ ਸਾਡੇ ਕੋਲ ਕੁਝ ਹੋਰ ਵਰਗੀਕ੍ਰਿਤ ਕੀਤੇ ਗਏ ਨੇ ਯਾਨੀ ਕਿ ਡਕਵੇਂ ਵਿਅੰਜਨ ਤੇ ਅਡਕਵੇਂ ਵਿਅੰਜਨ। ਕਹਿੰਦੇ ਜਿਨ੍ਹਾਂ ਨੂੰ ਉਚਾਰਨ ਸਮੇਂ ਪਹਿਲਾਂ ਆਪਾਂ ਡਕਵੇਂ ਵਿਅੰਜਨ ਦੇਖਦੇ ਹਾਂ ਜਿਨ੍ਹਾਂ ਨੂੰ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਆ ਰਹੀ ਹਵਾ ਨੂੰ ਮੂੰਹ ਵਿੱਚ ਕਿਸੇ ਨਾ ਕਿਸੇ ਥਾਂ ਤੇ ਪੂਰੀ ਤਰ੍ਹਾਂ ਰੋਕ ਕੇ ਇੱਕਦਮ ਛੱਡਿਆ ਜਾਂਦਾ ਹੈ ਉਹਨਾਂ ਨੂੰ ਡਕਵੇਂ ਵਿਅੰਜਨ ਕਿਹਾ ਜਾਂਦਾ ਹੈ। ਇਹਨਾਂ ਦੀ ਗਿਣਤੀ ਕਿੰਨੀ ਹੈ 15। ਇਹ ਕਿਹੜੇ ਨੇ ਕੱਕਾ ਖੱਖਾ ਗੱਗਾ ਚੱਚਾ ਛੱਛਾ ਜੱਜਾ ਟੈਂਕਾ ਠੱਠਾ ਡੱਡਾ ਤੱਤਾ ਥੱਥਾ ਦੱਦਾ ਤੇ ਪੱਪਾ ਫੱਫਾ ਬੱਬਾ। ਯਾਨੀ ਕਿ ਪਹਿਲੇ 5 ਵਰਗਾਂ ਦੇ ਪਹਿਲੇ 3 ਅੱਖਰ ਇਹ ਮੈਂ ਇੱਥੇ ਮੈਂਸ਼ਨ ਵੀ ਕੀਤਾ ਨਾਲ ਪਹਿਲੇ 5 ਵਰਗਾਂ ਦੇ ਪਹਿਲੇ 3 ਅੱਖਰ ਇਹ ਕਿਹੜੇ ਨੇ ਡਕਵੇਂ ਵਿਅੰਜਨ। ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗੇ ਅਡਕਵੇਂ ਵਿਅੰਜਨ ਕਹਿੰਦੇ ਜਿਨ੍ਹਾਂ ਨੂੰ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਹਵਾ ਨੂੰ ਉਚਾਰਨ ਸਥਾਨ ਤੇ ਪੂਰੀ ਤਰ੍ਹਾਂ ਰੋਕ ਨਹੀਂ ਪਾਉਂਦੀ। ਯਾਨੀ ਕਿ ਇਹਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ ਇਹ 'ਚ ਨਾਸਕੀ ਵਿਅੰਜਨ ਆਉਂਦੇ ਨੇ 5 ਆਪਣੇ ਤੇ ਇੱਕ ਸੰਘਰਸ਼ੀ ਸੱਸਾ ਸੱਸੇ ਪਰ ਬਿੰਦੀ ਤੇ ਹਾਹਾ। ਕਾਂਬਾਂ ਵਿਅੰਜਨ ਵੀ ਇੱਧਰ ਹੀ ਆਉਂਦਾ ਅਡਕਵਿਆਂ 'ਚ ਰਾਰਾ ਤੇ ਫੜਕਵਾਂ ਵਿਅੰਜਨ ਵੀ ਇੱਧਰ ਆਉਂਦਾ। ਤੇ ਉਸ ਤੋਂ ਬਾਅਦ ਜਿਹੜੇ ਡਕਵੇਂ ਵਿਅੰਜਨ ਉਹਨਾਂ 'ਚ ਮਹਾਪ੍ਰਾਣ ਵੀ ਆਉਂਦੇ ਨੇ ਯਾਨੀ ਕਿ ਹਰੇਕ ਵਰਗ ਦਾ ਕਵਰਗ ਤੋਂ ਲੈ ਕੇ ਚਵਰਗ ਤੱਕ ਜਿਹੜਾ ਦੂਜਾ ਅੱਖਰ ਹੈ ਉਹ ਹੁੰਦਾ ਹੈ ਮਹਾਪ੍ਰਾਣ। ਤੇ ਅਲਪ ਪ੍ਰਾਣ ਵੀ ਜਿਹੜੇ ਡਕਵਿਆਂ 'ਚ ਹੀ ਆਉਂਦੇ ਨੇ ਉਹ ਕਿਹੜੇ ਨੇ ਪਹਿਲਾ ਤੇ ਤੀਜਾ ਅੱਖਰ ਕੱਕੇ ਵਰਗ ਤੋਂ ਲੈ ਕੇ ਪੰਚਮ ਵਰਗ ਤੱਕ ਪਹਿਲਾ ਤੇ ਤੀਜਾ ਅੱਖਰ ਇਹ ਤੁਸੀਂ ਯਾਦ ਰੱਖਣੇ ਆ। ਇਹਨਾਂ ਨੂੰ ਇੱਦਾਂ ਤੁਸੀਂ ਯਾਦ ਰੱਖ ਸਕਦੇ ਹੋ ਪਹਿਲਾ ਤੇ ਤੀਜਾ ਯਾਨੀ ਕਿ 13 ਯਾਦ ਰੱਖ ਸਕਦੇ ਹੋ 13 ਦੇ ਨਾਂ ਨਾਲ। ਤੇ ਉਹ ਤੁਸੀਂ ਦੂਜਾ ਅੱਖਰ ਹੈ ਜਿਹੜਾ ਉਹ ਮਹਾਪ੍ਰਾਣ ਹੁੰਦਾ ਹੈ। ਤੇ ਅਲਪ ਪ੍ਰਾਣ ਦੇ ਵਿੱਚ ਪਹਿਲਾ ਤੇ ਤੀਜਾ ਜਿਵੇਂ ਕੱਕਾ ਗੱਗਾ ਚੱਚਾ ਜੱਜਾ ਟੈਂਕਾ ਡੱਡਾ ਤੱਤਾ ਦੱਦਾ ਪੱਪਾ ਬੱਬਾ। ਤਾਂ ਇਹ ਕੀ ਨੇ ਸਾਡੇ ਕੋਲ ਅਲਪ ਪ੍ਰਾਣ ਨੇ। ਠੀਕ ਹੈ ਸਾਥੀਓ। ਤਾਂ ਉਸ ਤੋਂ ਅੱਗੇ ਸਗੋਸ਼ ਧੁਨੀਆਂ ਤੇ ਅਘੋਸ਼ ਧੁਨੀਆਂ ਇਹਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ। ਸਗੋਸ਼ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਤੇ ਅਘੋਸ਼ ਧੁਨੀਆਂ ਕਿਹੜੀਆਂ ਹੁੰਦੀਆਂ ਨੇ। ਸਗੋਸ਼ ਧੁਨੀਆਂ ਨੇ 5 ਇਹ ਕਿਹੜੀਆਂ ਨੇ ਤੀਜਾ ਅੱਖਰ ਹੈ ਹਰੇਕ ਕੱਕੇ ਵਰਗ ਤੋਂ ਲੈ ਕੇ ਪੱਪੇ ਵਰਗ ਤੱਕ ਤੀਜਾ ਅੱਖਰ ਹੈ ਯਾਨੀ ਕਿ ਗੱਗਾ ਜੱਜਾ ਡੱਡਾ ਦੱਦਾ ਤੇ ਬੱਬਾ। ਇਹਨਾਂ ਦੇ ਉਚਾਰਨ ਵੇਲੇ ਸੁਰਤੰਦਾਂ ਵਿੱਚ ਕੰਬਣੀ ਪੈਦਾ ਹੁੰਦੀ ਹੈ ਤੇ ਧੁਨੀਆਂ ਦੇ ਮੂਲ ਸਰੂਪ ਨਾਲ ਸੁਰਤੰਦਾਂ ਦੀ ਕੰਬਣੀ ਵਾਲਾ ਸੰਗੋਸ਼ਤਾ ਦਾ ਲੱਛਣ ਜੁੜ ਜਾਂਦਾ ਹੈ। ਤੇ ਅਘੋਸ਼ ਧੁਨੀਆਂ ਕਿਹੜੀਆਂ ਨੇ ਇਹਨਾਂ ਦੇ ਉਚਾਰਨ ਵੇਲੇ ਸੁਰਤੰਦਾਂ ਵਿੱਚ ਕੰਬਣੀ ਪੈਦਾ ਨਹੀਂ ਹੁੰਦੀ ਯਾਨੀ ਕਿ ਇਹ ਹੈਗਾ ਪਹਿਲਾ ਤੇ ਦੂਜਾ ਅੱਖਰ ਯਾਨੀ ਕਿ ਕੱਕੇ ਵਰਗ ਤੋਂ ਲੈ ਕੇ ਪੱਪੇ ਵਰਗ ਤੱਕ ਪਹਿਲਾ ਤੇ ਦੂਜਾ ਅੱਖਰ। ਤਾਂ ਇਹ ਤੁਸੀਂ ਯਾਦ ਰੱਖਣਾ ਕਿਹੜੇ ਕਿਹੜੇ ਨੇ ਸਾਡੇ ਕੋਲ ਪੱਪਾ ਫੱਫਾ
ਤੱਤਾ ਥੱਥਾ ਟੈਂਕਾ ਠੱਠਾ ਚੱਚਾ ਛੱਛਾ ਕੱਕਾ ਕੱਖਾ। ਤਾਂ ਇਹ ਵੀ ਤੁਸੀਂ ਕੀ ਹੈ ਯਾਦ ਰੱਖਣੇ ਆ। ਅਗੋਸ਼ ਧੁਨੀਆਂ ਤੇ ਸਗੋਸ਼ ਧੁਨੀਆਂ ਇਹ ਵੀ ਤੁਸੀਂ ਯਾਦ ਰੱਖਣੀਆਂ ਨੇ। ਤਾਂ ਉਸ ਤੋਂ ਅੱਗੇ ਸਾਥੀਓ ਦੁੱਤ ਅੱਖਰ ਆਪਣੇ ਕੋਲ ਕੀ ਨੇ? ਦੁੱਤ ਅੱਖਰ। ਇਹ ਆਪਣਾ ਲਾਸਟ ਟੌਪਿਕ ਆ ਆਈ ਥਿੰਕ ਇਹਦਾ ਧੁਨੀ ਬੋਧ ਦਾ। ਉਸ ਤੋਂ ਅੱਗੇ ਵੀ ਅੱਗੇ ਫਰਦਰ ਹੈਗਾ, ਉਹਦੇ ਬਾਰੇ ਆਪਾਂ ਕੱਲ ਡਿਸਕਸ ਕਰਾਂਗੇ। ਤਾਂ ਦੁੱਤ ਅੱਖਰ ਕਿਹੜੇ ਕਿਹੜੇ ਨੇ ਸਾਡੇ ਕੋਲ? ਦੁੱਤ ਅੱਖਰ ਨੇ ਉਹ ਅੱਖਰ ਜਿਹੜਾ ਦੋ ਅੱਖਰਾਂ ਦੇ ਮੇਲ ਤੋਂ ਬਣੇ ਉਸ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ ਅਤੇ ਦੋਵੇਂ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਹਨ। ਗੁਰਮੁਖੀ ਲਿਪੀ ਵਿੱਚ ਕੇਵਲ 3 ਅੱਖਰਾਂ ਦੀ ਵਰਤੋਂ ਅੱਖਰਾਂ ਦੇ ਪੈਰ ਵਿੱਚ ਕੀਤੀ ਜਾਂਦੀ ਹੈ। ਉਹ ਅੱਖਰ ਹਨ ਕਿਹੜੇ ਨੇ? ਉਹ ਅੱਖਰ ਹਾਹਾ ਰਾਰਾ ਵਾਵਾ। ਹਾਹਾ ਜਿਹੜਾ ਉਹਦੀ ਵਰਤੋਂ ਜਿਹੜੀ ਪੈਰ ਵਿੱਚ ਕੀਤੀ ਜਾਂਦੀ ਹੈ, ਜਿਵੇਂ ਪੜ੍ਹਾਈ ਜੜ, ਇਹ ਸ਼ਬਦ ਲਿਖਣ ਲਈ ਅਸੀਂ ਕੀ ਕਰਦੇ ਹਾਂ? ਪੈਰ ਵਿੱਚ ਕੀ ਪਾਉਂਦੇ ਆਪਾਂ? ਹਾਹਾ ਪਾਉਂਦੇ ਹਾਂ। ਤਾਂ ਉਸ ਤੋਂ ਅੱਗੇ ਸਾਥੀਓ ਰਾਰਾ। ਪੈਰ ਰਾਰੇ ਦੀ ਪੈਰ ਵਿੱਚ ਵਰਤੋਂ ਨਾਲ ਪ੍ਰਗਟ ਯਾਨੀ ਕਿ ਪ੍ਰਸ਼ਨ, ਪ੍ਰਾਰਥਨਾ, ਪ੍ਰੋਫੈਸਰ ਇਹ ਸ਼ਬਦ ਲਿਖੇ ਜਾਂਦੇ ਨੇ। ਫਿਰ ਉਸ ਤੋਂ ਬਾਅਦ ਵਾਵਾ। ਵਾਵੇ ਦੇ ਵਿੱਚ ਪੈਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ? ਸਵਰ, ਸਵੈ ਜੀਵਨੀ, ਸਵੈ ਮਾਨ, ਸਵੈ ਵਿਸ਼ਵਾਸ। ਤਾਂ ਇਹਨਾਂ ਅੱਖਰਾਂ ਦੇ ਵਿੱਚ ਤੁਸੀਂ ਦੇਖੋ ਕਿ ਪੈਰ ਵਿੱਚ ਅੱਖਰਾਂ ਦੀ ਵਰਤੋਂ ਕੀਤੀ ਗਈ ਹੈ। ਤਾਂ ਹੋਪ ਕਰਦੇ ਹਾਂ ਵੀ ਸਾਥੀਓ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਕਾਫੀ ਤੁਸੀਂ ਗਿਆਨ ਹਾਸਲ ਕੀਤਾ ਹੋਣਾ ਧੁਨੀ ਬੋਧ ਦੇ ਬਾਰੇ। ਤਾਂ ਜਿਨ੍ਹਾਂ ਸਾਥੀਆਂ ਨੂੰ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਕਰ ਦਿਓ, ਔਰ ਜਿਨ੍ਹਾਂ ਸਾਥੀਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਔਰ ਨਾਲ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਵੀਡੀਓ ਆਉਂਦੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਆ ਸਕੇ ਤੇ ਤੁਹਾਡੀ ਵਧੀਆ ਤਰੀਕੇ ਨਾਲ ਤਿਆਰੀ ਹੋ ਸਕੇ। ਓਕੇ, ਥੈਂਕ ਯੂ ਵੈਰੀ ਮਚ ਸਾਥੀਓ।